ਸਤਿ ਸ਼੍ਰੀ ਅਕਾਲ ਬਈ ਸਾਰੇ ਸਟੂਡੈਂਟਸ ਨੂੰ। ਪੀਜੀਟੀ ਪੰਜਾਬੀ ਹਰਿਆਣਾ ਸਕਰੀਨਿੰਗ ਦਾ ਪੇਪਰ ਕਰ ਰਹੇ ਸੀ ਪੰਜਾਬੀ ਦਾ। ਇੱਕ ਵੀਡੀਓ ਬਣ ਚੁੱਕੀ ਹੈ, ਪਹਿਲਾਂ ਪਲੇਲਿਸਟ 'ਚ ਜਾ ਕੇ ਦੇਖ ਲੈਣਾ। ਉਸ ਵਿੱਚ ਆਵਾਜ਼ ਨਹੀਂ ਆਈ ਬਈ, ਕੁਝ ਪ੍ਰੋਬਲਮ ਹੋ ਗਈ ਸੀ। ਆ ਦੇਖੋ, ਇੱਕ ਪਹਿਲੇ ਪ੍ਰਸ਼ਨ ਤੋਂ ਲੈ ਕੇ 36 ਨੰਬਰ ਤੱਕ 30 ਪ੍ਰਸ਼ਨ ਪਹਿਲਾਂ ਕਰ ਚੁੱਕੇ ਸੀ ਪਹਿਲੀ ਵੀਡੀਓ ਵਿੱਚ। ਅੱਜ ਅੱਗੇ 31 ਪ੍ਰਸ਼ਨ ਤੋਂ ਇਹਨਾਂ ਦੇ ਆਨਸਰ ਦੇਖਾਂਗੇ। ਇਹ ਸਾਰੇ ਜੋ ਕੁਐਸਚਨ ਹਨ, ਇਹ 9ਵੀਂ 10ਵੀਂ 11ਵੀਂ 12ਵੀਂ ਜੋ ਹਰਿਆਣਾ ਦੀ ਪੰਜਾਬੀ ਦੀ ਬੁੱਕ ਹੈ, 9ਵੀਂ 10ਵੀਂ 11ਵੀਂ 12ਵੀਂ ਦੀ ਪੰਜਾਬੀ ਦੀ ਬੁੱਕਸ ਜੋ ਸਕੂਲਾਂ 'ਚ ਲੱਗੀਆਂ ਉਹਨਾਂ ਵਿੱਚੋਂ ਹਨ। ਇੱਤ ਪ੍ਰਵਾਸੇ ਕਹਾਣੀ ਦਾ ਪਾਤਰ ਇੰਦਰ ਕਿਸ ਕੰਮ ਨੂੰ ਕੁੱਤਾ ਕੰਮ ਦੱਸਦਾ ਹੈ। ਜੋ ਪਾਠ ਹਨ, ਲੈਸਨ ਹਨ, ਉਹਨਾਂ ਵਿੱਚੋਂ ਪ੍ਰਸ਼ਨ ਪੁੱਛੇ ਜਾਂਦੇ ਹਨ। ਜੋ ਇੱਤ ਪ੍ਰਵਾਸੇ ਕਹਾਣੀ ਹੈ ਅਤੇ ਇੰਦਰ ਇਸ ਦਾ ਇੱਕ ਪਾਤਰ ਹੈ। ਕੁੱਤਾ ਕੰਮ ਕਿਹੜੇ ਕੰਮ ਨੂੰ ਕਹਿੰਦਾ ਹੈ? ਮੰਗ ਕੇ ਖਾਣ ਨੂੰ, ਨੌਕਰੀ ਕਰਨ ਨੂੰ, ਚਾਪਲੂਸੀ ਕਰਨ ਨੂੰ, ਚਿੱਠੀਆਂ ਵੰਡਣ ਨੂੰ। ਇਸ ਕਹਾਣੀ ਦੇ ਅਨੁਸਾਰ ਉਹ ਚਿੱਠੀਆਂ ਵੰਡਣ ਨੂੰ ਕੁੱਤਾ ਕੰਮ ਆਖਦਾ ਹੈ। ਮੋਹਨ ਭੰਡਾਰੀ ਦੀ ਕਹਾਣੀ ਤਿੜਕਿਆ ਹੋਇਆ ਸ਼ੀਸ਼ਾ ਵਿੱਚ ਕਿਸ ਪਾਤਰ ਨੂੰ ਤਿੜਕਿਆ ਹੋਇਆ ਸ਼ੀਸ਼ਾ ਕਿਹਾ ਗਿਆ ਹੈ? ਘਰ ਦੇ ਸ਼ੀਸ਼ੇ ਨੂੰ, ਸ਼ਿਵਚਰਨ ਦਾਸ ਨੂੰ, ਅਫਸਰ ਪਾਤਰ ਨੂੰ ਜਾਂ ਸਦਾਰਾਮ ਨੂੰ। ਤਾਂ ਤਿੜਕਿਆ ਹੋਇਆ ਸ਼ੀਸ਼ਾ ਹੈ ਜੋ ਕਹਾਣੀ ਵਿੱਚ ਸ਼ਿਵਚਰਨ ਦਾਸ ਨੂੰ ਕਿਹਾ ਗਿਆ ਹੈ, ਜੋ ਇਸ ਕਹਾਣੀ ਦਾ ਮੁੱਖ ਪਾਤਰ ਹੈ। 33ਵਾਂ ਪ੍ਰਸ਼ਨ ਹੈ, ਜਗਦੀਸ਼ ਕੌਸ਼ਲ ਦੀ ਕਹਾਣੀ ਖੰਭ ਵਿੱਚ ਖੰਭ ਕਿਸ ਦਾ ਪ੍ਰਤੀਕ ਹੈ? ਪੈਸੇ ਦਾ, ਭੋਲੇ ਬੰਦੇ ਦਾ, ਰਿਸ਼ਵਤ ਦਾ, ਕਬੂਤਰ ਦਾ। ਤਾਂ ਇਸ ਦਾ ਆਨਸਰ ਹੈ ਰਿਸ਼ਵਤ ਦਾ। ਰਿਸ਼ਵਤ ਲੈਣ ਦੇਣ ਨੂੰ ਇਸ ਕਹਾਣੀ ਵਿੱਚ ਖੰਭ ਕਿਹਾ ਗਿਆ ਹੈ। ਦੁੱਧ ਦੀਆਂ ਨਹਿਰਾਂ ਕਹਾਣੀ ਦੇ ਪਾਤਰ ਸਾਇੰਸ ਮਾਸਟਰ ਦੇ ਵਿਚਾਰ ਅਨੁਸਾਰ ਸਾਡੇ ਦੇਸ਼ ਵਿੱਚ ਔਸਤਨ ਇੱਕ ਜੀ ਦੇ ਹਿੱਸੇ ਕਿੰਨਾ ਦੁੱਧ ਆਉਂਦਾ ਹੈ? ਦੁੱਧ ਦੀਆਂ ਨਹਿਰਾਂ ਕਹਾਣੀ ਦੇ ਅਨੁਸਾਰ ਦੱਸਣਾ ਹੈ। ਤਾਂ ਇਸ ਦੇ ਅਨੁਸਾਰ ਜੋ ਮਾਸਟਰ ਜੀ ਹਨ, ਉਹਨਾਂ ਨੇ ਕਿਹਾ ਕਿ ਹਰੇਕ ਜੀ ਦੇ ਹਿੱਸੇ 1 ਚਮਚਾ ਦੁੱਧ ਆਉਂਦਾ ਹੈ। ਕਹਾਣੀ ਵਿੱਚੋਂ ਹੀ ਆਨਸਰ ਦੇਣੇ ਹਨ, ਆਪਣੀ ਸੋਚ ਸਮਝ ਅਨੁਸਾਰ ਨਹੀਂ, ਬਲਕਿ ਕਹਾਣੀ ਦੇ ਅਨੁਸਾਰ, ਲੈਸਨ ਦੇ ਅਨੁਸਾਰ। ਪੰਜਾਬੀ ਸਾਹਿਤ ਵਿੱਚ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਸ ਨੂੰ ਕਿਹਾ ਗਿਆ ਹੈ? ਭਾਈ ਵੀਰ ਸਿੰਘ ਜੀ ਨੂੰ ਕਿਹਾ ਗਿਆ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਆਪਣੀ ਕਵਿਤਾ ਦੇ ਛੰਦ ਨੂੰ ਕੀ ਨਾਂ ਦਿੱਤਾ ਹੈ? ਖੁੱਲੀ ਕਵਿਤਾ, ਕੌੜਾ ਛੰਦ, ਮੁਕਤ ਜਾਂ ਸੈਲਾਨੀ। ਪ੍ਰੋਫੈਸਰ ਪੂਰਨ ਸਿੰਘ ਨੇ ਸੈਲਾਨੀ ਛੰਦ ਕਿਹਾ ਹੈ। ਦੁੱਧੀਆਂ ਨਾਲ ਪਲਦੇ ਬੱਚੇ, ਕੰਮੀ ਰੁੱਝੀਆਂ ਮਾਵਾਂ, ਅੱਖੀਆਂ ਦੇ ਵਿੱਚ ਛਲਕਣ ਅਥਰੂ, ਹਿੱਕਾਂ ਵਿੱਚ ਆਹਾਂ। ਇਹ ਸਤਰਾਂ ਕਿਸ ਕਵੀ ਦੀਆਂ ਹਨ? ਪ੍ਰੀਤਮ ਸਿੰਘ ਸਫੀਰ, ਸੰਤੋਖ ਸਿੰਘ ਧੀਰ, ਹਰਭਜਨ ਸਿੰਘ, ਪ੍ਰੋਫੈਸਰ ਮੋਹਨ ਸਿੰਘ। ਇਹ ਜੋ ਸਤਰਾਂ ਹਨ ਪ੍ਰੋਫੈਸਰ ਮੋਹਨ ਸਿੰਘ ਦੀਆਂ ਹਨ ਅਤੇ ਤਾਜ ਮਹਿਲ ਕਵਿਤਾ ਵਿੱਚੋਂ ਹਨ। ਤਾਜ ਮਹਿਲ ਇਹਨਾਂ ਦੀ ਕਵਿਤਾ ਹੈ। ਅੱਗੇ ਹੈ 38ਵਾਂ, ਆਖ ਸੁਣੀ ਮਾਏ ਇਹਨੂੰ, ਰੋਵੇ ਬੁੱਲ ਚਿੱਥ ਕੇ ਨੀ, ਜਗ ਕਿਤੇ ਸੁਣ ਨਾ ਲਵੇ। ਇਹ ਵੀ ਪੁੱਛੀਆਂ ਹਨ ਬਈ ਇਹ ਸਤਰਾਂ ਕਿਹੜੇ ਕਵੀ ਦੀਆਂ ਹਨ? ਇਹ ਸਤਰਾਂ ਕਿਸ ਕਵੀ ਦੀਆਂ ਹਨ ਜਾਂ ਕਿਹੜੀ ਕਵਿਤਾ? ਸ਼ਿਵ ਕੁਮਾਰ ਬਟਾਲਵੀ ਦੀਆਂ ਹਨ ਇਹ ਕਵਿਤਾ। ਇਹ ਜੋ ਸਤਰਾਂ ਹਨ ਕਵਿਤਾ ਹੈ ਸ਼ਿਵ ਕੁਮਾਰ ਬਟਾਲਵੀ ਦੀ ਹੈ। ਤੇ ਇਹ ਦੱਸਣਾ ਹੈ ਕਿ ਕਿਹੜੀ ਕਵਿਤਾ 'ਚੋਂ ਲਈਆਂ ਗਈਆਂ ਹਨ। ਬਿਰਹੋਂ ਦੀ ਰੜਕ, ਕੰਡਿਆਲੀ ਥੋਰ, ਲੂਣਾ, ਮੇਰੇ ਰਾਮ ਜੀਓ। ਇਹ ਜੋ ਸਤਰਾਂ ਹਨ ਬਿਰਹੋਂ ਦੀ ਰੜਕ ਵਿੱਚੋਂ ਹਨ। ਡਾਕਟਰ ਹਰਚਰਨ ਸਿੰਘ
ਰਚਿਤ ਸ਼ੋਭਾ ਸ਼ਕਤੀ ਵਿੱਚ ਕੁੱਲ ਕਿੰਨੇ ਪਾਤਰ ਹਨ? ਇਹ 12ਵੀਂ ਕਲਾਸ 'ਚ ਇੱਕ ਨਾਵਲ ਹੈ ਸ਼ੋਭਾ ਸ਼ਕਤੀ, ਉਹਦੇ 'ਚੋਂ ਪ੍ਰਸ਼ਨ ਪੁੱਛਿਆ ਗਿਆ ਹੈ। ਤਾਂ ਇਸ ਵਿੱਚ 13 ਪਾਤਰ ਹਨ। ਮਲਕ ਭਾਗੋ ਦੀ ਭਾਈ ਲਾਲੋ ਸਾਖੀ ਦਾ ਕਰਤਾ ਕੌਣ ਹੈ? ਇਹ ਵੀ +2+1 'ਚ ਬੁੱਕ ਹੈ, ਉਹਦੇ ਵਿੱਚੋਂ ਹੈ। ਤਾਂ ਜੋ ਮਲਕ ਭਾਗੋ ਦੀ ਭਾਈ ਲਾਲੋ ਦੀ ਜੋ ਸਾਖੀ ਹੈ, ਉਸ ਦਾ ਜੋ ਕਰਤਾ ਹੈ, ਉਸ ਦਾ ਜੋ ਰਾਈਟਰ ਹੈ, ਭਾਈ ਵੀਰ ਸਿੰਘ ਹੈ। ਸੱਚੀ ਗੱਲ ਹੈ, ਇਹ ਵੀ ਸ਼ੋਭਾ ਸ਼ਕਤੀ ਵਿੱਚੋਂ ਲਿਆ ਗਿਆ ਹੈ। ਸੱਚੀ ਗੱਲ ਏ ਮੇਰੀ ਮਾਂ ਨੇ ਅੱਜ ਤੱਕ ਕਿਸੇ ਦੀ ਈਨ ਨਹੀਂ ਮੰਨੀ, ਇਹਦਾ ਸੁਭਾਅ ਪੱਕ ਚੁੱਕਾ ਏ। ਜਿਹਨੇ ਪਿਤਾ ਪਤੀ ਦਾ ਅਘੋਰ ਅਧੀਨਗੀ ਨਹੀਂ ਮੰਨੀ, ਹੁਣ ਪੁੱਤ ਦੀ ਕਿਵੇਂ ਸਵੀਕਾਰ ਕਰੇ। ਸ਼ੋਭਾ ਸ਼ਕਤੀ ਨਾਟਕ ਵਿੱਚ ਇਹ ਜੋ ਸ਼ਬਦ ਹਨ, ਕਿਸ ਨੇ ਕਿਸ ਨੂੰ ਕਹੇ? ਇਹ ਜੋ ਸ਼ਬਦ ਹਨ ਉਹ ਸਤੀਸ਼ ਨਾਂ ਦੇ ਪਾਤਰ, ਸਤੀਸ਼ ਨਹੀਂ, ਰਮੇਸ਼ ਪਾਤਰ ਨੇ ਸ਼ੋਭਾ ਪਾਤਰ ਬਾਰੇ ਰੇਖਾ ਪਾਤਰ ਨੂੰ ਕਹੇ। ਰਮੇਸ਼ ਜੋ ਹੈ ਸ਼ੋਭਾ ਦਾ ਪੁੱਤਰ ਹੈ ਤੇ ਰੇਖਾ ਉਸਦੀ ਨੂੰਹ ਹੈ। 41ਵਾਂ ਪ੍ਰਸ਼ਨ ਹੈ, ਬਾਬੇ ਬਰਿਆਮੇ ਦੀ ਦਿਵ ਦ੍ਰਿਸ਼ਟੀ ਨਿਬੰਧ ਵਿੱਚ ਬਾਬਾ ਬਰਿਆਮਾ ਪਿਛਲੇ ਜਨਮ ਵਿੱਚ ਕੌਣ ਸੀ? ਉਹ ਨਰਪਤ ਰਿਸ਼ੀ ਸੀ। ਡਾਕਟਰ ਜੀਤ ਸਿੰਘ ਸ਼ੀਤਲ ਅਨੁਸਾਰ ਉਸ ਦੇ ਸਾਹਿਤਕ ਮਿੱਤਰਾਂ ਨੂੰ ਉਸ ਨਾਲ ਕੀ ਸ਼ਿਕਾਇਤ ਸੀ? ਜੋ ਉਸਦੇ ਸਾਹਿਤਕ ਮਿੱਤਰ ਸਨ, ਕੀ ਸ਼ਿਕਾਇਤ ਸੀ? ਕਿ ਉਹ ਚਾਪਲੂਸ ਸਾਹਿਤਕਾਰਾਂ ਦੀ ਪ੍ਰਸ਼ੰਸਾ ਨਹੀਂ ਕਰਦਾ, ਉਹ ਨਵੇਂ ਲੇਖਕਾਂ ਦੀਆਂ ਪੁਸਤਕਾਂ ਦੀ ਭੂਮਿਕਾ ਨਹੀਂ ਲਿਖਦਾ, ਉਹ ਹਰ ਸਾਲ 1-2 ਪੁਸਤਕਾਂ ਨਹੀਂ ਛਾਪਦਾ। ਇਹ ਸਾਰੀਆਂ ਹੀ ਉਪਰੋਕਤ ਸਾਰੀਆਂ ਹੀ ਸ਼ਿਕਾਇਤਾਂ ਸਨ ਜੀਤ ਸਿੰਘ ਸ਼ੀਤਲ ਅਨੁਸਾਰ ਸਾਹਿਤਕ ਮਿੱਤਰਾਂ ਦੀ। ਇਸ ਦਾ ਆਪਸ਼ਨ ਡੀ ਆਨਸਰ ਹੋਏਗਾ। ਇਸ ਕੁਐਸਚਨ ਦਾ ਆਨਸਰ ਤੁਸੀਂ ਕਮੈਂਟ ਬਾਕਸ ਵਿੱਚ ਦੇਣਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਿਸ ਗੁਰੂ ਬਾਦਸ਼ਾਹ ਦੇ ਸਮੇਂ ਹੋਈ? ਚੁਵਾਲੀਵਾਂ ਪ੍ਰਸ਼ਨ ਹੈ, ਪੰਜਾਬੀ ਕਹਾਣੀਕਾਰ ਅਜੀਤ ਕੌਰ ਨੇ ਕਿਸ ਕਹਾਣੀ ਸੰਗ੍ਰਹਿ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ? ਜੋ ਅਜੀਤ ਕੌਰ ਜੀ ਹਨ, ਉਹਨਾਂ ਦੀ ਸਵੈ ਜੀਵਨੀ ਖਾਨਾ ਬਦੋਸ਼ ਨੂੰ 1985 ਵਿੱਚ ਪੁਰਸਕਾਰ ਮਿਲਿਆ ਸੀ ਤੇ ਉਹਨਾਂ ਦੀ ਇੱਕ ਹੋਰ ਜੀਵਨੀ ਹੈ ਕੂੜਾ ਕਬਾੜਾ। ਪਰ ਇਹਦੇ ਬਾਰੇ ਮੈਨੂੰ ਡਾਊਟ ਹੈ ਕਿ ਕਿਹੜੀ ਜੋ ਇਹਨਾਂ ਦੀ ਕਿਹੜੀ ਕਹਾਣੀ ਸੰਗ੍ਰਹਿ ਨੂੰ ਨਹੀਂ ਬਲਕਿ ਸਵੈ ਜੀਵਨੀ ਖਾਨਾ ਬਦੋਸ਼ ਨੂੰ 1985 ਵਿੱਚ ਮਿਲਿਆ ਸੀ। ਸੰਤ ਸਿੰਘ ਸੇਖੋਂ ਨੂੰ ਪੰਜਾਬੀ ਸਾਹਿਤ ਦੇ ਕਿਸ ਖੇਤਰ ਵਿੱਚ ਵਧੇਰੇ ਪ੍ਰਸਿੱਧੀ ਪ੍ਰਾਪਤ ਹੈ? ਜੋ ਸੰਤ ਸਿੰਘ ਸੇਖੋਂ ਹੈ ਉਹ ਇੱਕ ਪ੍ਰਸਿੱਧ ਨਾਟਕਕਾਰ ਵੀ ਹੈ, ਕਹਾਣੀਕਾਰ ਵੀ ਹੈ। ਨਾਟਕ ਵਿੱਚ ਇਹਨਾਂ ਨੂੰ ਜ਼ਿਆਦਾ ਪ੍ਰਸਿੱਧੀ ਮਿਲੀ ਹੈ। ਹੁਣ ਇਹ ਸਾਰੇ ਪ੍ਰਸ਼ਨ ਜੋ ਪੰਜਾਬੀ ਸਾਹਿਤ ਵਿੱਚੋਂ ਪੁੱਛੇ ਗਏ ਹਨ। ਪੰਜਾਬੀ ਨਾਟਕ ਦਾ ਪਿਤਾਮਾ ਕਿਸ ਲੇਖਕ ਨੂੰ ਕਿਹਾ ਗਿਆ ਹੈ? ਭਾਈ ਵੀਰ ਸਿੰਘ ਨੂੰ, I.C. ਨੰਦਾ, ਬਲਵੰਤ ਗਾਰਗੀ, ਹਰਚਰਨ ਸਿੰਘ। ਇਸ ਦਾ ਆਨਸਰ ਹੋਏਗਾ I.C. ਨੰਦਾ, ਈਸ਼ਵਰ ਚੰਦਰ ਨੰਦਾ। ਸ਼ਾਹ ਮੁਹੰਮਦ ਆਪਣੇ ਜੰਗਨਾਮੇ ਵਿੱਚ ਸਰਕਾਰ ਸ਼ਬਦ ਕਿਸ ਸ਼ਖਸੀਅਤ ਲਈ ਲਿਖਦਾ ਹੈ? ਜੋ ਸ਼ਾਹ ਮੁਹੰਮਦ ਹੈ ਆਪਣੇ ਜੰਗਨਾਮੇ ਵਿੱਚ ਮਹਾਰਾਜਾ ਰਣਜੀਤ ਸਿੰਘ ਲਈ ਸਰਕਾਰ ਸ਼ਬਦ ਦੀ ਵਰਤੋਂ ਕਰਦਾ ਹੈ। ਘਰ ਵਿੱਚ ਹੀ ਗੁਰਿਆਈ ਨਿਬੰਧ ਗਿਆਨੀ ਗਿਆਨ ਸਿੰਘ ਦੇ ਕਿਸ ਗ੍ਰੰਥ ਵਿੱਚੋਂ ਮਿਸਾਲਾਂ ਦੇ ਕੇ ਲਿਖਿਆ ਗਿਆ ਹੈ? ਘਰ ਵਿੱਚ ਹੀ ਗੁਰਿਆਈ 11ਵੀਂ ਕਲਾਸ ਵਿੱਚ ਹੈ ਸ਼ਾਇਦ ਇਹ ਤਵਾਰੀਖ ਗੁਰੂ ਖਾਲਸਾ ਜੋ ਗ੍ਰੰਥ ਹੈ ਉਸ ਵਿੱਚੋਂ ਮਿਸਾਲਾਂ ਦੇ ਕੇ ਲਿਖਿਆ ਗਿਆ ਹੈ। ਪੰਜਾਬੀ ਸਾਹਿਤ ਵਿੱਚ ਸਭ ਤੋਂ ਵੱਧ ਕਹਾਣੀਆਂ ਕਿਸ ਲੇਖਕ ਨੇ ਲਿਖੀਆਂ ਹਨ? ਕਰਤਾਰ ਸਿੰਘ ਦੁੱਗਲ ਨੇ।
ਪੰਜਾਬੀ ਭਾਸ਼ਾ ਵਿੱਚ ਪੜ੍ਹਨਾਂਵ ਕਿੰਨੀ ਪ੍ਰਕਾਰ ਦੇ ਹਨ? ਹੁਣ ਇਹ ਵਿਆਕਰਨ ਦੇ ਪ੍ਰਸ਼ਨ ਹਨ। ਦੇਖੋ, ਜੋ ਪੜ੍ਹਨਾਂਵ ਹਨ ਉਹ 6 ਪ੍ਰਕਾਰ ਦੇ ਹਨ। ਪੰਜਾਬੀ ਵਿਆਕਰਨ ਵਿੱਚ ਕਿਰਿਆ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹਨ? ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦੇ ਹੁੰਦੇ ਹਨ। ਜਿਸ ਦੀ ਕੋਠੀ ਦਾਣੇ ਉਸਦੇ ਕਮਲੇ ਵੀ ਸਿਆਣੇ। ਇਸ ਅੱਖਾਂ ਨੂੰ ਪੂਰਾ ਕਰਨ ਲਈ ਢੁਕਵਾਂ ਸ਼ਬਦ ਚੁਣੋ। ਰੰਗੇ ਸਿਆਣੇ, ਸਿਆਣੇ ਹੀ ਇਸ ਦਾ ਆਨਸਰ ਹੋਏਗਾ। ਆਪਸ਼ਨ ਦੇਖ ਲਓ, ਰੰਗੇ ਸਿਆਣੇ ਤੇ ਨਿਆਣੇ ਮਰ ਜਾਣੇ, ਸਿਆਣੇ ਹੀ ਇਸ ਦਾ ਆਨਸਰ ਹੈ। ਛੰਦ ਸ਼ਾਸਤਰ ਪੁਸਤਕ ਦਾ ਛੰਦ ਸ਼ਾਸਤਰ ਪੁਸਤਕ ਦਾ ਰਚੇਤਾ ਕੌਣ ਹੈ? ਛੰਦ ਸ਼ਾਸਤਰ ਦਾ ਜੋ ਰਚੇਤਾ ਹੈ ਪਿੰਗਲ ਰਿਸ਼ੀ। ਆਪਸ਼ਨ ਨੰਬਰ ਏ ਹੋਏਗਾ ਇਸਦਾ। ਪ੍ਰੋਫੈਸਰ ਪੂਰਨ ਸਿੰਘ ਰਚਿਤ ਕਵਿਤਾ ਕ੍ਰਿਸ਼ਨ ਜੀ ਵਿੱਚ ਕਿਸ ਦਰਿਆ ਦਾ ਜ਼ਿਕਰ ਹੈ? ਜੋ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਵਿਤਾ ਹੈ ਕ੍ਰਿਸ਼ਨ ਜੀ, ਇਸ ਵਿੱਚ ਜਮਨਾ ਦਰਿਆ ਦਾ ਜ਼ਿਕਰ ਮਿਲਦਾ ਹੈ। ਕਾਵਿ ਕੀਰਤੀ ਪੁਸਤਕ ਵਿੱਚ ਦਰਜ ਕਵਿਤਾ ਚਿੜੀਆਂ ਦਾ ਚੰਬਾ ਕਿਸ ਕਵੀ ਦੀ ਰਚਨਾ ਹੈ? ਤਾਂ ਇਹ ਚਿੜੀਆਂ ਦਾ ਚੰਬਾ ਹੈ ਜੋ ਇਹ ਪਾਸ਼ ਦੀ ਰਚਨਾ ਹੈ। ਕੌਮ ਲਈ ਕੁਰਬਾਨੀ ਨਿਬੰਧ ਦਾ ਪਾਤਰ ਵੈਦਵ ਕ੍ਰਾਫਟ ਕਤਲ ਦੇ ਦੋਸ਼ੀ ਨੂੰ ਕਿੰਨਾ ਆਧਾਰਾਂ ਤੇ ਫਾਂਸੀ ਦੇਣੀ ਠੀਕ ਨਹੀਂ ਮੰਨਦਾ? ਜੋ ਇਸ ਨਿਬੰਧ ਦੇ ਅਨੁਸਾਰ ਹੈ, ਜੋ ਵੈਦਵ ਕ੍ਰਾਫਟ ਜੋ ਹੈ ਉਸਦੇ ਵਿਚਾਰ ਅਨੁਸਾਰ ਉਹ ਸਮਝਦਾ ਹੈ ਕਿ ਗਵਾਹੀਆਂ ਦੇ ਆਧਾਰ ਤੇ ਫਾਂਸੀ ਦੇਣੀ ਠੀਕ ਨਹੀਂ ਹੈ, ਕਿਉਂਕਿ ਕਈ ਵਾਰ ਜਿਸ ਨੂੰ ਫਾਂਸੀ ਦਿੱਤੀ ਜਾ ਰਹੀ ਹੈ ਉਹ ਨਿਰਦੋਸ਼ ਵੀ ਹੋ ਸਕਦਾ ਹੈ। ਪੰਜਾਬੀ ਸਾਹਿਤ ਵਿੱਚ ਕਾਵਿ ਰੂਪ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਸੂਫੀ ਕਵੀ ਨੇ ਕੀਤੀ? ਜੋ ਕਾਫੀ ਹੈ ਉਹ ਸਭ ਤੋਂ ਪਹਿਲਾਂ ਸ਼ਾਹ ਹੁਸਨ ਨੇ ਇਸ ਦੀ ਵਰਤੋਂ ਕੀਤੀ ਸੀ। ਪ੍ਰਸ਼ਨ ਨੰਬਰ 58 ਖਾਲਸਾ ਪੰਥ ਦੀ ਸਿਰਜਣਾ ਕਿਸ ਗੁਰੂ ਵੱਲੋਂ ਕਿਸ ਸਥਾਨ ਤੇ ਕੀਤੀ ਗਈ ਸੀ? ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਥਾਪਨਾ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਕੀਤੀ ਗਈ ਸੀ।